ऐसी लाल तुझ बिन कौन करे। ऐसी लाल तुझ बिन कौन करे। ऐसी लाल गरीब नवाज गुसैया मेरा, गरीब नवाज गुसैया मेरा, माथे छतर धरे। ऐसी लाल तुझ बिन कौन करे। ऐसी लाल। गुरु प्यारेओ, सतगुरु रविदास महाराज जी ने इस संसार विच क्रांतिकारी समाजिक परिवर्तन किया। उस समाज विच अगमन होया जिन्हां नूं पढ़न लिखण सुनन चंगे कपड़े पहनण आदि मानवी अधिकारां तो वांझे रखिया गया सी। गुरु प्यारेओ, विश्व विच एकता सन्मानता भाईचारा स्थापित करन लई ते दब्बे कुचले समाज नूं उपर चुकण लई ਅਤੇ ਜਾਤ ਅਭਿਮਾਨੀਆਂ ਦਾ ਹੰਕਾਰ ਤੋੜਨ ਲਈ ਗੁਰੂ ਪਿਆਰਿਓ ਪਾਣੀ ਵਿੱਚ ਪੱਥਰਾਂ ਨੂੰ ਤਰਾਉਣਾ ਪਿਆ। ਗੰਗਾ ਉਲਟੀ ਚਲਾਉਣੀ ਪਈ, ਆਪਣਾ ਕੰਧਾ ਚੀਰ ਕੇ ਚੌਹਾਂ ਜੁਗਾਂ ਦੇ ਜਨੇਊ ਦਿਖਾਉਣੇ ਪਏ। ਗੁਰੂ ਪਿਆਰਿਓ, ਅਤੇ ਰਾਜੇ ਮਹਾਰਾਜਿਆਂ ਨਾਲ ਤੇ ਕੱਟੜ ਪੰਥੀਆਂ ਨਾਲ ਆਡਾ ਲਿਆਣਾ ਪਿਆ। ਆਖੀਰ ਉਹਨਾਂ ਦੇ ਕ੍ਰਾਂਤੀਕਾਰੀ ਮਾਨਵਵਾਦੀ ਅਤੇ परमार्थी विचारां तो प्रभावित हो के गुरु प्यारिओ चारे वर्ण उन्हां दे चरनी पे। अते सत्कार वजों गुरु रविदास जी दी बनारस विच हाथी ते सोने दी पालकी विच बिठा के शोभा यात्रा कड्डी गई। गुरु प्यारिओ, उस समय सतगुरु रविदास जी महाराज जी ने परमात्मा दी उस्तत करते हुए ये पावन शब्द उच्चारण किया। जाकी शोत जगत को लागे, जाकी शोत जगत को लागे, ता पर तू ही ठहरे। ऐसी लाल तुझ बिन कौन करे। ऐसी लाल। गुरु प्यारिओ, आखदे ने जाकी शोध जगत को लागे, ता पर तू ही ठहरे। नीचों ऊंच करे मेरा गोविंद, काहू ते ना डरे। जिस दी शो लगन नाल जगत दे लोग पिटे जांदे सन, तुसीं किरपा कीती है कि अज हर पासे मेरी जय जयकार हुंदी है। गुरु प्यारिओ, सतगुरु जी फरमान करते ने, हे मेरे सुंदर स्वरूप परमात्मा जी, इस तरह का कौतुक आप जी तो बिना होर कौन कर सकता है। गुरु प्यारिओ, सतगुरु रविदास महाराज जी तो बचपन तो ही चोज दिखाने लग पै सी।
ਸਤਿਗੁਰ ਮਹਾਰਾਜ ਸੱਚੇ ਪਾਤਸ਼ਾਹ ਜੀ ਬਚਪਨ ਤੋਂ ਹੀ ਚੋਜ ਦਿਖਾਉਣ ਲੱਗ ਪਏ ਸੀ। ਸ਼੍ਰੀ ਗੁਰਦਾਸ ਮਹਾਰਾਜ ਜੀ ਆਖਦੇ ਨੇ ਕਿ ਹਜੇ ਸਿਰਫ 5 ਸਾਲ ਦੇ ਹੀ ਸਨ। ਉਹਨਾਂ ਦੀ ਮਾਤਾ ਕਲਸਾ ਦੇਵੀ ਜੀ ਪ੍ਰਭੂ ਚਰਨਾਂ ਵਿੱਚ ਜਾਓ ਰਾਜੇ। ਗੁਰੂ ਪਿਆਰਿਓ, ਇਸ ਦੁੱਖ ਕਾਰਨ ਉਹਨਾਂ ਦੇ ਪਿਤਾ ਸੰਤੋਖ ਦਾਸ ਜੀ ਦੇ ਮਨ ਨੂੰ ਬਹੁਤ ਠੇਸ ਲੱਗੀ। ਸਮੇਂ ਦਾ ਚੱਕਰ ਘੁੰਮਦਾ ਗਿਆ। ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਜਿਉਂ-ਜਿਉਂ ਵੱਡੇ ਹੁੰਦੇ ਗਏ, ਉਹਨਾਂ ਦੇ ਕੋਮਲ ਸੁਭਾਅ ਅਤੇ ਸੁੰਦਰ ਸ਼ਖਸੀਅਤ ਤੋਂ ਸਭ ਪ੍ਰਭਾਵਿਤ ਹੁੰਦੇ ਸਨ। ਗੁਰੂ ਪਿਆਰਿਓ, ਕਰਮਾਵਤੀ ਨਾਂ ਦੀ ਇੱਕ ਔਰਤ, ਜਿਸ ਦੀ ਉਮਰ ਕੋਈ ਲਗਭਗ 60-65 ਸਾਲ ਦੀ ਸੀ, ਉਹ ਸ਼੍ਰੀ ਗੋਵਰਧਨਪੁਰ ਵਿੱਚ ਰਹਿੰਦੀ ਸੀ। ਉਸ ਦਾ ਗੁਰੂ ਜੀ ਦੀ ਦਾਦੀ ਲਖਪਤੀ ਨਾਲ ਬਹੁਤ ਪ੍ਰੇਮ ਸੀ। ਦਾਦੀ ਲਖਪਤੀ ਅਕਸਰ ਆਪਣੇ ਪਿਆਰੇ ਪੋਤਰੇ ਨੂੰ ਨਾਲ ਲੈ ਕੇ ਉਸ ਨੂੰ ਮਿਲਣ ਵਾਸਤੇ ਜਾਇਆ ਕਰਦੀ ਸੀ। ਕਰਮਾਵਤੀ ਖੁਦ ਲਖਪਤੀ ਨੂੰ ਮਿਲਣ ਨਹੀਂ ਸੀ ਆਉਂਦੀ, ਕਿਉਂਕਿ ਉਸ ਦੀ ਅੱਖਾਂ ਦੀ ਰੋਸ਼ਨੀ ਗਈ ਨੂੰ 30 ਸਾਲ ਲੰਘ ਚੁੱਕੇ ਸੀ। ਪਰ ਫਿਰ ਵੀ ਉਹ ਸਾਰਾ ਦਿਨ ਚਰਖਾ ਕੱਤਦੀ ਸੀ। ਗੁਰੂ ਪਿਆਰਿਓ, ਜਦੋਂ ਦਾਦੀ ਲਖਪਤੀ ਕਰਮਾਵਤੀ ਨਾਲ ਗੁਜਰੇ ਜ਼ਮਾਨੇ ਦੀਆਂ ਗੱਲਾਂ ਕਰਦੀ ਤਾਂ ਗੁਰੂ ਜੀ ਕੋਲ ਬੈਠ ਕੇ ਸੁਣਦੇ ਅਤੇ ਕਰਮਾਵਤੀ ਨਾਲ ਲਾਡ ਲਾਉਂਦੇ ਸਨ। ਲਖਪਤੀ ਉਸ ਕੋਲੋਂ ਅੰਨੇਪਣ ਵਿੱਚ ਚਰਖਾ ਕੱਤਣ ਦਾ ਜਦੋਂ ਕਾਰਨ ਪੁੱਛਦੀ ਆ ਤਾਂ ਅੱਗੋਂ ਕਰਮਾਵਤੀ ਰੋਣ ਲੱਗ ਪੈਂਦੀ ਅਤੇ ਆਪਣੀ ਗਰੀਬੀ ਦਾ ਬਿਰਤਾਂਤ ਅਤੇ ਘਰ ਦੀਆਂ ਮਜਬੂਰੀਆਂ ਖੋਲ ਕੇ ਸੁਣਾਉਂਦੀ ਹੈ। ਗੁਰੂ ਪਿਆਰਿਓ, ਗੁਰੂ ਰਵਿਦਾਸ ਜੀ ਇਹ ਸਭ ਸੁਣਦੇ ਹਨ ਤੇ ਕੋਮਲ ਹਿਰਦਾ ਪਿਘਲ ਜਾਂਦਾ। ਇੱਕ ਦਿਨ ਸਵੇਰ ਦਾ ਵਕਤ ਸੀ। ਕਰਮਾਵਤੀ ਚਰਖਾ ਢਾ ਕੇ ਕੱਤ ਰਹੀ ਸੀ। ਗੁਰੂ ਰਵਿਦਾਸ ਜੀ ਇਕੱਲੇ ਹੀ ਉਸ ਦੇ ਘਰ ਆ ਗਏ। ਉਹਨਾਂ ਨੇ ਚੁੱਪ-ਚਾਪ ਆ ਕੇ ਪੂਣੀਆਂ ਵਾਲਾ ਬੋਈਆ ਚੁੱਕ ਲਿਆ। ਚੁੱਪ-ਚਾਪ ਆ ਕੇ ਪੂਣੀਆਂ ਵਾਲਾ ਬੋਈਆ ਚੁੱਕ ਲਿਆ ਅਤੇ ਕੋਲ ਖੜੇ ਹੋ ਗਏ। ਗੁਰੂ ਪਿਆਰਿਓ, ਬੀਬੀ ਕਰਮਾਵਤੀ ਪੂਣੀਆਂ ਵਾਲਾ ਬੋਈਆ ਹੱਥ ਨਾਲ ਢੋ ਕੇ ਦੇਖਦੀ ਹੈ, ਪਰ ਉਸ ਨੂੰ ਉਹ ਨਹੀਂ ਮਿਲਦਾ। ਥੋੜੀ ਦੇਰ ਬਾਅਦ ਗੁਰੂ ਰਵਿਦਾਸ ਜੀ ਨੇ ਜਦੋਂ ਪੂਣੀਆਂ ਵਾਲਾ ਬੋਈਆ ਉਸੇ ਥਾਂ ਰੱਖ ਦਿੱਤਾ ਜਿੱਥੋਂ ਚੁੱਕਿਆ ਸੀ, ਤਦੋਂ ਮਾਤਾ ਦਾ ਹੱਥ ਸਹਿਜ ਸੁਭਾਅ ਬੋਈਏ ਨੂੰ ਲੱਗ ਗਿਆ। ਉਹ ਬਹੁਤ ਹੈਰਾਨ ਹੋਈ, ਕਿਉਂਕਿ ਉਸਨੇ ਪਹਿਲਾਂ ਵੀ ਉੱਥੇ ਹੀ ਹੱਥ ਮਾਰਿਆ ਸੀ। ਉਸ ਵੇਲੇ ਉਸ ਨੂੰ ਉਹ ਬੋਈਆ ਨਹੀਂ ਮਿਲਿਆ, ਪਰ ਕਰਮਾਵਤੀ ਨੂੰ ਉੱਥੇ ਕਿਸੇ ਦੀ ਮੌਜੂਦਗੀ ਦਾ ਅਹਿਸਾਸ ਹੋਇਆ। ਕਰਮਾਵਤੀ ਨੂੰ ਉੱਥੇ ਕਿਸੇ ਦੀ ਮੌਜੂਦਗੀ ਦਾ ਅਹਿਸਾਸ ਹੋਇਆ, ਪਰ ਉਹ ਘਬਰਾਈ ਨਹੀਂ, ਕਿਉਂਕਿ ਅਕਸਰ ਬਾਲਕ ਉਸ ਨੂੰ ਤੰਗ ਕਰਿਆ ਕਰਦੇ ਸਨ। ਫਿਰ ਬੋਈਏ ਵਿੱਚੋਂ ਪੂਣੀ ਚੁੱਕ ਕੇ ਜਦੋਂ ਉਹ ਕੱਤਣ ਲੱਗੀ, ਇੰਨੇ ਨੂੰ ਗੁਰੂ ਜੀ ਨੇ ਤਕਲੇ ਵਿੱਚੋਂ ਗਲੋਟਾ ਖਿੱਚ ਲਿਆ। ਇੰਨੇ ਨੂੰ ਗੁਰੂ ਜੀ ਨੇ ਤਕਲੇ ਵਿੱਚੋਂ ਗਲੋਟਾ ਖਿੱਚ ਲਿਆ। ਕਰਮਾਵਤੀ ਨੂੰ ਇੱਕਦਮ ਪਤਾ ਚੱਲ ਗਿਆ। ਕਰਮਾਵਤੀ ਨੂੰ ਇੱਕਦਮ ਪਤਾ ਚੱਲ ਗਿਆ। ਜਦੋਂ ਗੁਰੂ ਜੀ ਨੇ ਚਰਖਾ ਖਿੱਚਿਆ
ਤਾਂ ਕਰਮਾਵਤੀ ਨੂੰ ਗੁੱਸਾ ਆਇਆ ਅਤੇ ਉਸਨੇ ਆਪਣੀਆਂ ਦੋਵੇਂ ਬਾਹਾਂ ਖਿਲਾਰ ਕੇ ਗੁਰੂ ਜੀ ਨੂੰ ਫੜ ਲਿਆ ਅਤੇ ਕਿਹਾ, ਵੇ ਤੂੰ ਕੌਣ ਹੈ? ਵੇ ਕੌਣ ਹੈ ਤੂੰ? ਮੈਨੂੰ ਕਰਮਾਂ ਵਾਲੀ ਨੂੰ ਕਿਉਂ ਦੁਖੀ ਕਰਦਾ ਹੈ? ਮੈਂ ਤੇ ਅੱਗੇ ਅੱਖਾਂ ਤੋਂ ਅੰਨੀ ਆ, ਕਰਮਾਂ ਦੀ ਮਾਰੀ ਹਾਂ, ਕਿਉਂ ਦੁਖੀ ਕਰਦਾ ਹੈ? ਗੁਰੂ ਜੀ ਨੇ ਦੋਨੋਂ ਹੱਥ ਉਸ ਦੀ ਬੁੱਕਲ ਵਿੱਚੋਂ ਕੱਢ ਕੇ ਕਰਮਾਵਤੀ ਦੀਆਂ ਦੋਨੋਂ ਅੱਖਾਂ ਤੇ ਰੱਖ ਦਿੱਤੇ। ਗੁਰੂ ਜੀ ਨੇ ਦੋਨੋਂ ਹੱਥ ਉਸ ਦੀ ਬੁੱਕਲ ਵਿੱਚੋਂ ਕੱਢ ਕੇ ਕਰਮਾਵਤੀ ਦੀਆਂ ਦੋਨੋਂ ਅੱਖਾਂ ਤੇ ਰੱਖਤੇ ਅਤੇ ਫਰਮਾਇਆ, ਲੈ ਮਾਈ, ਲੈ ਮਾਈ, ਤੂੰ ਖੁਦ ਦੇਖ ਲੈ ਮੈਂ ਕੌਣ ਹਾਂ। ਤੂੰ ਖੁਦ ਦੇਖ ਲੈ ਮਾਈ ਮੈਂ ਕੌਣ ਹਾਂ। ਕਰਮਾਵਤੀ ਸ਼ਾਂਤ ਹੋ ਗਈ। ਜਦੋਂ ਕਰਮਾਵਤੀ ਨੇ ਅੱਖਾਂ ਖੋਲੀਆਂ ਤਾਂ ਉਸ ਨੂੰ ਦਿਖਾਈ ਦੇਣ ਲੱਗ ਪਿਆ, ਗੱਜ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ। ਗੁਰੂ ਪਿਆਰਿਓ, ਜਦ ਅੱਖਾਂ ਖੋਲੀਆਂ ਤਾਂ ਉਸ ਨੂੰ ਦਿਖਾਈ ਦੇਣ ਲੱਗ ਪਿਆ। ਉਸਨੇ ਗੁਰੂ ਜੀ ਦੇ ਸੁੰਦਰ ਅਲੌਕਿਕ ਮੁਖੜੇ ਦੇ ਦਰਸ਼ਨ ਕੀਤੇ। ਫਿਰ ਮਾਤਾ ਕਰਮਾਵਤੀ ਨੇ ਦੋਵੇਂ ਹੱਥ ਜੋੜ ਕੇ ਗੁਰੂ ਜੀ ਨੂੰ ਨਮਸਕਾਰ ਕੀਤੀ ਅਤੇ ਆਖਣ ਲੱਗੀ, ਹੇ ਮਹਾਰਾਜ, ਤੁਸੀਂ ਮੇਰੇ ਤੇ ਬਹੁਤ ਮਿਹਰ ਕੀਤੀ ਹੈ। ਧੰਨ ਹੈ ਉਹ ਮਾਤਾ ਜਿਸ ਨੇ ਤੈਨੂੰ ਜਨਮ ਦਿੱਤਾ ਹੈ। ਧੰਨ ਹੈ ਉਹ ਕੁਟੁੰਬ ਜਿਸ ਵਿੱਚ ਤੂੰ ਜਨਮ ਲਿਆ ਹੈ। ਇਸ ਤੋਂ ਉਪਰੰਤ ਬੀਬੀ ਕਰਮਾਵਤੀ ਨੇ ਘਰ ਦੀ ਹਰੇਕ ਵਸਤੂ ਤੇ ਨਜ਼ਰ ਮਾਰੀ ਗੁਰੂ ਪਿਆਰਿਓ, ਅਤੇ ਦਿਲ ਹੀ ਦਿਲ ਬਹੁਤ ਖੁਸ਼ ਹੋਈ। ਇੰਨੇ ਨੂੰ ਗੁਰੂ ਜੀ ਉੱਥੋਂ ਰਵਾਨਾ ਹੋ ਗਏ। ਬੀਬੀ ਕਰਮਾਵਤੀ ਨੂੰ ਅਜੇ ਗੁਰੂ ਰਵਿਦਾਸ ਜੀ ਦੇ ਦਰਸ਼ਨ ਕਰਕੇ ਰੱਜ ਨਹੀਂ ਸੀ ਆਇਆ। ਉਹ ਝਟਪਟ ਗੁਰੂ ਜੀ ਦੇ ਪਿੱਛੇ ਗੁਰੂ ਜੀ ਦੇ ਘਰ ਪਹੁੰਚ ਗਈ। ਉਸਨੇ ਸਾਰੇ ਪਰਿਵਾਰ ਨੂੰ ਸਾਰੀ ਕਹਾਣੀ ਦੱਸੀ ਤੇ ਸਾਰਾ ਪਰਿਵਾਰ ਇਹ ਕੌਤਕ ਸੁਣ ਕੇ ਬਹੁਤ ਹੈਰਾਨ ਹੋਇਆ। ਉਸਨੇ ਸਭ ਨੂੰ ਦੱਸਿਆ ਕਿ ਇਹ ਸਭ ਤੁਹਾਡੇ ਪੁੱਤਰ ਦੀ ਕਿਰਪਾ ਨਾਲ ਹੋਇਆ ਏ। ਤੁਸੀਂ ਧੰਤਾਂ ਦੇ ਯੋਗ ਹੋ, ਕਿਉਂਕਿ ਤੁਹਾਡੇ ਘਰ ਪਰਮਾਤਮਾ ਨੇ ਜਨਮ ਲਿਆ ਹੈ। ਉਹ ਗੁਰੂ ਜੀ ਦੀ ਉਪਮਾ ਸਾਰੇ ਨਗਰ ਵਿੱਚ ਕਰਨ ਲੱਗੇ, ਪਰ ਗੁਰੂ ਜੀ ਆਖਦੇ ਸੀ, ਐਸੀ ਲਾਲ ਤੁਧ ਬਿਨ ਕੌਣ ਕਰੇ। ਨੀਚੇ ਊਚ ਕਰੇ ਮੇਰਾ ਗੋਬਿੰਦ, ਨੀਚੇ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੇ। ऐसी लाल, ऐसी लाल तुझ बिन कौन करे। ऐसी लाल देवा कबीर तिलोचन, नाम देवा कबीर तिलोचन, सदना सैन तरे। ऐसी लाल, ऐसी लाल तुझ बिन कौन करे। ऐसी लाल मेरा गोबिंद परमात्मा ਨੀਚਾਂ ਤੋਂ ਉੱਚ ਕਰ ਦਿੰਦਾ ਹੈ ਅਤੇ ਅਜਿਹਾ ਕਰਨ ਸਮੇਂ ਉਹ ਕਿਸੇ ਤੋਂ ਡਰਦਾ ਨਹੀਂ। ਗੁਰੂ ਪਿਆਰਿਓ, ਉਹ ਕਿਸੇ ਤੋਂ
डरदा नहीं गुरु प्यारिओ। जिस तरह सतगुरु नामदेव जी, सतगुरु कबीर जी, सतगुरु तिलोचन जी, सतगुरु सदना जी, सतगुरु सैण जी परमात्मा का नाम जप के तर गए। सैण भगत जी नूं भी तारिया है। जिस तरह सैण भगत जी नूं भी तारिया है गुरु प्यारिओ। सतगुरु जी फरमान करते ने, उस वेले भगती करन दी लहर चली सी। कांची ते होर शहरां विच भगत मंडलियां बन गईयां। भगत जाने इकट्ठे बैठ के सतसंग करया करदे सी। भगत कबीर दा नां सुन के दूसरा सिख सैण नाई होया। ओ राजे कोल नौकर सी। राजे दे नौकरी करया करदा सी। सवेरे जाके मुट्ठी चापी मालिश करया करदा सी। तड़के जाके सेवा पूरी करनी पैंदी सी गुरु प्यारिओ। एक दिन संत आ गए रैण सवाई। सारी रात दा कीर्तन होना सी। सैण जी ऐसे भजन विच मन ला के बैठे कि राजे कोल जाण दा ख्याल ही ना रहा। प्रभु परमात्मा दे चरना नाल ध्यान जुड़िया रहा गुरु प्यारिओ। संत कीर्तन करते रहे। भगत सैण जी दा प्रभु चरना दे नाल ध्यान जुड़िया रहा। फिर उधर राजे ने सुत्ता उठना सी। उस दी सेवा होनी सी। गुरु प्यारिओ अपने भगत दी इज्जत कायम रखण लई भगतां दे राखे प्रेम दे खिच्चे भगवान नूं सैण जी दा रूप धारण करके राजे कोल आउणा पिया। आखदे ने कि संतां के कारज आप खलोआ, हर कम करावण आया राम। भगवान नूं सैण जी दा रूप धारण करके राजे कोल आउणा पिया। भगवान ने राजे दी सेवा ऐसी रीझ नाल कीती कि राजा प्रसन्न हो गया। राजा प्रसन्न हो गया। प्रसन्न हो के गलों हार ला के सैण जी दे भुलेखे भगवान नूं दे दिता। भगवान जी मुस्कुराए ते हार ले लिया ते अपनी माया शक्ति नाल ओ सैण जी दे गल जा पाया। पर उन्हां नूं पता ही ना लगा। ऐसी खेड कीती भगतां दे प्रेम विच ऐसा प्रभु बज जांदा है गुरु प्यारिओ, बस हो के किते नहीं जांदा। सवेर होई, तड़का दिन चढ़ गया। सुरत आई तां ख्याल आया कि राजे दे महलां विच नहीं गए। राजे दे महलां विच नहीं गए, राजा खफा होवेगा। ऐनी गल सोच समझ के तुर पे। अगे राजा बाधवगढ़ रीवा अपने महल विच टहल रहा सी। उसने इशनान कर लिया ते नवे वस्त्र पहन लए सन। पर सैण डर नाल कुछ उदासिया पहुंचिया ते राजे ने पूछया, सैण हुण फिर क्यों आया है? हुण फिर क्यों आया है? की होर कोई वस्तु दी लोड़ है? होर कोई तेनू वस्तु दी लोड़ है? अज दी तेरी सेवा तां बहुत ही चंगी सी। एहो जी सेवा तै अज तक कदी भी नहीं मेरी कीती। अज दी सेवा तां बहुत ही वधिया सी। सैण जी ने ख्याल किया कि राजा गुस्से नाल उपरों हस के आख रहा होवेगा, असल विच अंदरों नाराज है। उसने कंबदियां होया बेनती की, महाराज खिमा बख्शनी, मैं आ नहीं सकिया। भगत जाने आ गए सन। कीर्तन हुंदा रहा। कीर्तन सुनन विच मन लगा रहा। मैं खिमा मंगदा हाँ, गरीब सेवादार हाँ। गुरु प्यारिओ ये सुन के राजा हैरान होया। उसने कहा, अज तैनू की होया?
ऐसियां गल्लां करदा है। मेरे कोल वक्त सिर आया है। सुत्ते नूं जगाया, मेरे नौ लाहे, मेरी मालिश कीती, इशनान करवाया, मेरे लीड़े पवाए ते मैं प्रसन्न हो के तुसानू देखो अपने गल दे विच, अपने गल दे विच देखो। मैं तुसानू अपना हार ला के दिता। वो हार अज तेरे गल विच पिया है। गुरु प्यारिओ, भगत सैन ने गल नूं हथ मारिया तां सच ही गल विच सोने दे मणकियां वाली माला पई सी ते उस नूं पता लगा। उस वेले उस नूं ज्ञान होया ते प्रभु उस्तत करके राजे नूं आखन लगा, हे राजन, हे राजन, सच मैं नहीं आया आज। सच है राजन, मैं नहीं आया। मैं जिस दी भगती कर रहा सा, जिस प्रभु दे चरना विच मेरा मन लगा होया सी, उसने आप आके मेरा काम कीता है। ये माला तुसां भगवान दे गल पाई। भगवान अपनी शक्ति नाल मेरे गल पा गए। ये तां प्रभु दे चोज हन। गुरु प्यारिओ, ये सुन के राजा होर हैरान होया। उसनू भी ज्ञान हो गया ते उसने सैन जी दे चरनी हथ ला के आखिया, भगत जी, भगत जी, हुण तुसानू राज वालों खर्च मिलिया करेगा। हुण तुसानू मेरे राज वालों खर्च मिलिया करेगा। तुसी हुण बैठ के भगती करया करो। तुसी हुण बैठ के भगती करया करो। गुरु प्यारिओ, ऐसा होया है सैन भगत जी। ऐसा भगत जी होए ने सैन जी। कबीर जी ते रविदास जी वांग आप दी महिमा भी बेअंत है। गुरु प्यारिओ, जो नाम जपदा है सो तर जांदा है। जैसे सतगुर साहिब जी फरमाउंदे हन, नाम जपण वालियां दी महिमा बेअंत होया करदी है। नाम जपण वालियां दी महिमा गुरु प्यारिओ बेअंत होया करदी है। इसलिए सतगुरु रविदास महाराज जी शब्द दे विच उचारण करते ने, जा की शोत जगत को लागे तां पर तू ही डरे, नीचों ऊंच करे मेरा गोविंद काहू ते ना डरे। कौन कौन नहीं तरे। सतगुरु जी फरमान करते ने कि नाम देव कबीर त्रिलोचन सदना सैन तरे। इस तरह सदना सैन जी तरे सी। इस तरह सदना सैन जी तरे सी। कह रविदास सुनो रे संतो, हर जियो ते सभ्य सरे। सतगुरु नामदेव जी, सतगुरु कबीर जी, सतगुरु त्रिलोचन जी, सतगुरु सदना जी, सतगुरु सैन जी परमात्मा दा नाम जप के तर गए, जिन्हां ने संसार विच एकता ਅਤੇ ਸਾਂਝੀ ਵਾਲਤਾ ਸਥਾਪਿਤ ਕਰਨ ਲਈ, ਜਿਨ੍ਹਾਂ ਦੇ ਸਮਾਜਿਕ ਕ੍ਰਾਂਤੀਕਾਰੀ ਤੇ ਪਰਮਾਰਥੀ ਵਿਚਾਰਾਂ ਅੱਗੇ ਰਾਜੇ, ਮਹਾਰਾਜੇ ਤੇ ਕੱਟੜ ਪੰਥੀਆਂ ਨੂੰ ਝੁਕਣਾ ਪਿਆ। ਗੁਰੂ ਪਿਆਰਿਓ, ਅਤੇ ਜਿਨ੍ਹਾਂ ਤੋਂ ਸੇਧ ਲੈ ਕੇ ਅਣਗਿਣਤ ਜੀਵ ਇਸ ਸੰਸਾਰ ਵਿੱਚੋਂ ਤਰ ਗਏ। ਸਤਿਗੁਰੂ ਰਵਿਦਾਸ ਮਹਾਰਾਜ ਜੀ ਸੰਤਾਂ ਨੂੰ ਸੰਬੋਧਨ ਕਰਦੇ ਹੋਏ ਫਰਮਾਉਂਦੇ ਹਨ ਕਿ ਇਹ ਸੰਤ ਜਨੋ, ਉਸ ਭਗਵਾਨ ਪਾਸੋਂ ਸਭ ਗੱਲਾਂ ਬਣ ਆਉਂਦੀਆਂ ਹਨ। ਉਹ ਜੋ ਚਾਹੇ ਸੋ ਹੀ ਕਰਦਾ ਹੈ। सुनो रे संतो, कह रविदास
सबे सरे। ऐसी लाल तुझ बिन कौन करे। ऐसी लाल